Hi, good morning to all of you. I am Manju Thakur, Assistant Professor, Akal College of Education, Mastwana Sahib. Today I am going to present a lecture on evaluation. Evaluation is a very important topic of your subject. So, start with evaluation. Measurement. Measurement is an evaluation expressed in quantitative term. देखो बच्चे, मैं इत्थे quantitative term यूज़ कर रही ਹਾਂ। इसका मतलब जो भी ਕੁਆਂਟੀਟੇਟਿਵ ਡਾਟਾ ਹੈ ਜਿਸ ਨੂੰ ਮੇਜਰ ਕੀਤਾ ਜਾ ਸਕਦਾ ਹੈ ਉਹ ਤੁਹਾਡੇ ਮੇਜਰਮੈਂਟ ਦੇ ਅੰਦਰ ਆ ਜਾਂਦਾ ਹੈ। ਜਿਵੇਂ ਯੋਰ ਹਾਈਟ, ਯੋਰ weight, ਯੋਰ ਮਾਰਕਸ। ਲਾਈਕ 30% ਮਾਰਕਸ ਵਾਲਾ ਸਟੂਡੈਂਟ ਹੈ ਜੋ ਉਸਨੂੰ ਪਾਸ ਮੰਨਿਆ ਜਾਂਦਾ ਹੈ, ਅਤੇ 60% ਤੋਂ ਅਬਵ ਜੋ ਬੱਚਾ ਨੰਬਰ ਲੈਂਦਾ ਹੈ ਉਸਨੂੰ ਫਸਟ ਡਿਵੀਜ਼ਨ ਕਿਹਾ ਜਾਂਦਾ ਆ। ਇਹ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਸ ਨੂੰ ਮੇਜਰ ਕੀਤਾ ਜਾ ਸਕਦਾ ਹੈ। ਫੋਰ ਐਗਜ਼ਾਮਪਲ, ਜੋ ਵੀ ਤੁਸੀਂ ਲਾਈਕ ਇੱਕ ਫਿੱਤੇ ਦੇ ਨਾਲ ਨਾਪ ਸਕਦੇ ਹੋ ਜਾਂ ਤੁਹਾਡੇ ਮਾਰਕਸ ਨੂੰ ਆਪਾਂ ਨਾਪ ਸਕਦੇ ਹਾਂ, ਦੈਟ ਇਜ਼ ਕੁਆਂਟੀਟੇਟਿਵ ਟਰਮ, ਅਤੇ ਉਹ ਮੇਜ਼ਰਮੈਂਟ ਦੇ ਅੰਦਰ ਆ ਜਾਂਦਾ ਹੈ। ਨਾਓ ਨੈਕਸਟ ਅਸੈਸਮੈਂਟ। ਦੇਖੋ ਬੱਚੇ, ਮੇਜ਼ਰਮੈਂਟ ਇੱਕ ਨੈਰੋ ਟਰਮ ਹੈ, ਬਟ ਅਸੈਸਮੈਂਟ ਇਜ਼ ਅ ਬਰੋਡਰ ਟਰਮ ਦੈਨ measurement. Measurement is a process of collecting, reviewing and using data for the purpose of improvement in learning process. ਦੇਖੋ ਬੱਚੇ, ਪਹਿਲਾਂ ਕੀ ਹੁੰਦਾ ਸੀਗਾ ਕਿ ਮਾਰਕਸ ਦੇ ਆਧਾਰ 'ਤੇ ਹੀ ਤੁਹਾਡੀ ਪਰਫੋਰਮੈਂਸ ਚੈੱਕ ਕੀਤੀ ਜਾਂਦੀ ਸੀ ਕਿ ਬੱਚੇ ਨੇ ਇੰਨੇ ਮਾਰਕਸ ਸਕੋਰ ਕੀਤੇ ਤਾਂ ਉਸਦੀ ਪਰਫੋਰਮੈਂਸ ਫਸਟ ਡਿਵੀਜ਼ਨ, ਸੈਕਿੰਡ ਡਿਵੀਜ਼ਨ ਐਂਡ ਥਰਡ ਡਿਵੀਜ਼ਨ ਇਹ ਇਸ ਤਰੀਕੇ ਦੇ ਨਾਲ ਕੈਲਕੂਲੇਟ ਕੀਤੀ ਜਾਂਦੀ ਸੀ। ਬਟ ਅਸੈਸਮੈਂਟ ਇੱਕ ਬਰੋਡਰ ਟਰਮ ਹੈ। ਇਸ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਬੱਚੇ ਦਾ ਸਿਰਫ ਮਾਰਕਸ ਨੂੰ ਹੀ ਨਾ ਦੇਖਿਆ ਜਾਵੇ, ਬੱਚਾ ਜੋ ਸਾਰਾ ਸਾਲ ਸਕੂਲ ਦੇ ਵਿੱਚ ਕਰਦਾ ਹੈਗਾ ਉਸ ਨੂੰ ਅਸੈਸਮੈਂਟ ਦੇ ਆਧਾਰ 'ਤੇ ਹੀ ਵੀ ਮਤਲਬ ਅਸੈਸ ਕੀਤਾ ਜਾਵੇ ਤਾਂ ਕਿ ਬੱਚੇ ਨੂੰ ਉਸਦੀ ਪਰਫੋਰਮੈਂਸ ਹੋਰ ਬੈਟਰ ਹੋ ਸਕੇ। ਜੋ ਵੀ ਬੱਚੇ ਦੀ ਫਸਟ ਉਸਦਾ ਜੋ ਵੀ ਉਹ ਦਿਲ ਅਤੇ ਦਿਮਾਗ ਦੇ ਨਾਲ ਕੰਮ ਕਰਦਾ, ਨੋਟ ਓਨਲੀ ਪੇਪਰ ਪੈਨਸਿਲ ਟੈਸਟ, ਜੋ ਵੀ ਬੱਚਾ ਡਿਊਰਿੰਗ ਪੂਰੇ ਕੋਰਸ ਦੇ ਵਿੱਚ ਆਪਣਾ ਪਰਫੋਰਮੈਂਸ ਦਿੰਦਾ ਉਸ ਨੂੰ ਵੀ ਅਸੈਸ ਕੀਤਾ ਜਾਵੇ ਅਤੇ ਉਹ ਵੀ ਤੁਹਾਡੀ ਇਵੈਲੂਏਟ ਕੀਤਾ ਜਾਵੇ ਅਤੇ ਤੁਹਾਡੀ ਪਰਫੋਰਮੈਂਸ ਦੇ ਵਿੱਚ ਉਸਨੂੰ ਜੋੜਿਆ ਜਾਵੇ। ਸੋ ਅਸੈਸਮੈਂਟ ਇਜ਼ ਅ ਬਰੋਡਰ ਟਰਮ ਦੈਨ measurement. Now evaluation. Evaluation described as an act of passing judgment on the basis of set of standard, hence it is a decision making process. ਹੁਣ ਬੱਚੇ evaluation ਦੀ ਜੇ ਮੈਂ ਗੱਲ ਕਰਾਂ, evaluation is a broader term than measurement and assessment. evaluation ਨੂੰ ਜੇ ਮੈਂ ਤੁਹਾਨੂੰ ਦੱਸਾਂ ਕਿ evaluation ਇੱਕ ਸਰਕਲ ਹੈ ਅਤੇ measurement ਅਤੇ assessment ਉਸਦੇ ਅੰਦਰ ਹੀ ਇੱਕ ਆ ਜਾਂਦੇ ਨੇ। ਸੋ evaluation ਇੱਕ ਬਰੋਡਰ ਟਰਮ ਹੈ ਅਤੇ ਮੇਜ਼ਰਮੈਂਟ ਅਤੇ ਅਸੈਸਮੈਂਟ ਉਸ ਦੇ ਵਿੱਚ ਸਮਾਏ ਹੋਏ ਨੇ। ਹੁਣ ਬੱਚੇ ਨੇ ਜੋ ਵੀ ਸਾਰਾ ਸਾਲ ਪਰਫੋਰਮੈਂਸ ਦਿੱਤੀ ਆਪਣੀ, ਮੇਜ਼ਰਮੈਂਟ ਅਤੇ ਅਸੈਸਮੈਂਟ ਨੇ ਉਹ ਕੱਢ ਕੇ ਇਵੈਲੂਏਸ਼ਨ ਨੂੰ ਦੇ ਦਿੱਤੀ ਅਤੇ ਇਵੈਲੂਏਸ਼ਨ ਇੱਕ ਜੱਜਮੈਂਟ ਕਰੇਗਾ ਅਤੇ ਉਸਦੇ ਬੇਸ 'ਤੇ ਸੈੱਟ ਆਫ ਸਟੈਂਡਰਡ, ਮਤਲਬ ਕਿ ਤੁਹਾਡੀ ਪਰਫੋਰਮੈਂਸ ਨੂੰ ਸਟੈਂਡਰਡਾਈਜ਼ ਕੀਤਾ ਜਾਏਗਾ ਅਤੇ ਡਿਸੀਜ਼ਨ ਮੇਕਿੰਗ ਪ੍ਰੋਸੈਸ ਹੁੰਦਾ ਹੈਗਾ ਇਹ, ਅਤੇ ਲਾਸਟ ਦੇ ਵਿੱਚ ਜੱਜਮੈਂਟ ਦਿੰਦਾ ਕਿ ਤੁਸੀਂ ਪੂਰਾ ਸਾਲ ਤੁਹਾਡੀ ਪਰਫੋਰਮੈਂਸ ਕੀ ਰਹੀ ਅਤੇ ਤੁਹਾਡੀ ਗ੍ਰੇਡ ਇਹ ਹੈ। ਓਕੇ, ਹੁਣ ਬੱਚੇ ਮੇਜ਼ਰਮੈਂਟ ਨੂੰ ਜੇ ਪ੍ਰੋਪਰਲੀ ਮੈਂ ਸਮਝਾਵਾਂ, ਮੇਜ਼ਰਮੈਂਟ ਇੱਕ ਪ੍ਰੋਸੈਸ ਆਫ ਕਲੈਕਟਿੰਗ ਡਾਟਾ ਔਨ ਐਟਰੀਬਿਊਟ ਆਫ ਇੰਟਰਸਟ। ਇਹ ਤੁਹਾਡੇ ਐਟਰੀਬਿਊਟ ਅਤੇ ਇੰਟਰਸਟ ਨੂੰ ਮੇਜਰ ਕਰਦਾ ਹੈ। is an act of process that involves the assignment of numerical values on whatever is being tested. So it is involve the quantity of something. ਇਹ ਸਿਰਫ ਇੱਕ ਕੁਆਂਟਿਟੀ ਨੂੰ ਅਸੈਸ ਕਰਦਾ ਹੈਗਾ, ਕੁਆਂਟਿਟੀ ਨੂੰ ਮੇਜ਼ਰ ਕਰਦਾ ਹੈਗਾ ਅਤੇ ਇਵੈਲੂਏਸ਼ਨ ਨੂੰ ਦਿੰਦਾ ਹੈ। ਅਤੇ ਅਸੈਸਮੈਂਟ ਕੈਨ ਫੋਕਸ ਔਨ ਦ ਇੰਡੀਵਿਜੂਅਲ ਲਰਨਰ, ਦ ਲਰਨਿੰਗ ਕਮਿਊਨਿਟੀ ਲਾਈਕ ਕਲਾਸ, workshop or either organized group of learner, the institution or the educational system. assessment ਦੇ ਵਿੱਚ ਬੱਚੇ ਉਹ ਸਾਰੀਆਂ ਟਰਮਸ ਆ ਜਾਂਦੀਆਂ ਨੇ। ਦੇਖੋ ਫੋਰ ਐਗਜ਼ਾਮਪਲ, ਤੁਸੀਂ ਕਾਲਜ ਦੇ ਵਿੱਚ ਐਂਟਰ ਕਰਦੇ ਹੋ, ਕਾਲਜ ਦੇ ਐਂਟਰਿੰਗ ਗੇਟ 'ਤੇ ਗੇਟ ਕੀਪਰ ਹੁੰਦਾ ਹੈਗਾ, ਉਹ ਵੀ ਤੁਹਾਨੂੰ ਅਸੈਸ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਸਕੂਲ ਦੇ ਵਿੱਚ ਆਉਂਦੇ ਹੋ, ਤੁਹਾਨੂੰ ਕਾਲਜ ਦੇ ਪਿਊਨ ਤੋਂ ਲੈ ਕੇ ਪ੍ਰਿੰਸੀਪਲ ਤੱਕ ਸਭ ਅਸੈਸ ਕਰਦੇ ਨੇ, ਚਾਹੇ ਤੁਸੀਂ ਦੇਖ ਰਹੇ ਹੋ ਚਾਹੇ ਨਹੀਂ ਦੇਖ ਰਹੇ, ਬਟ ਤੁਹਾਨੂੰ ਹਰ ਕੋਈ ਦੇਖ ਰਿਹਾ ਹੈਗਾ। ਸੋ ਅਸੈਸਮੈਂਟ ਇਜ਼ ਅ ਬਰੋਡਰ ਟਰਮ ਦੈਨ ਮੇਜ਼ਰਮੈਂਟ, ਅਤੇ ਇਸ ਦੇ ਵਿੱਚ ਕੁਆਂਟੀਟੇਟਿਵ ਅਤੇ ਕੁਆਲਿਟੇਟਿਵ ਬੋਥ ਡਾਟਾ ਆ ਜਾਂਦਾ ਹੈਗਾ ਜਿਸ ਦੇ ਨਾਲ ਬੱਚੇ ਨੂੰ ਅਸੈਸ ਕੀਤਾ ਜਾਂਦਾ ਹੈ। ਨਾਓ ਫੋਰਮੇਟਿਵ ਅਸੈਸਮੈਂਟ. Formative assessment, a diagnostic use of assessment to provide feedback to teacher and student over the course of instruction. This is a definition of Carol Boston. ਇਸ ਦੇ ਵਿੱਚ ਕੀ ਹੁੰਦਾ ਹੈਗਾ ਬੱਚੇ, ਫੋਰਮੇਟਿਵ ਅਸੈਸਮੈਂਟ ਦੇ ਵਿੱਚ ਡਾਇਗਨੋਜ਼ ਕੀਤਾ ਜਾਂਦਾ ਹੈ
ਟੀਚਰਸ ਦੁਆਰਾ। ਫਿਰ ਤੁਹਾਨੂੰ ਫੀਡਬੈਕ, ਡਾਇਗਨੋਸ ਕਿਸ ਨੂੰ ਕੀਤਾ ਜਾਂਦਾ ਹੈ, ਤੁਹਾਡੀ ਜੇ ਤੁਹਾਨੂੰ ਪਾਰਟੀਕੂਲਰ ਕੋਈ ਪ੍ਰੋਬਲਮ ਹੈ ਬੱਚੇ, ਜਿਵੇਂ ਫੋਰ ਐਗਜ਼ਾਮਪਲ ਮੈਥਮੈਟਿਕਸ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੈ, ਟੀਚਰ ਨੇ ਅਸੈਸ ਕੀਤਾ ਪੜ੍ਹਾਉਂਦੇ ਹੋਏ ਕਿ ਯੂ ਹੈਵ ਅ ਡਿਫਰੈਂਟ ਟਾਈਪ ਆਫ ਪ੍ਰੋਬਲਮ ਇਨ ਮੈਥਮੈਟਿਕ, ਅਤੇ ਉਹ ਆਪਣਾ ਲੈਕਚਰ ਮੈਥਡ ਚੇਂਜ ਕਰੇਗਾ ਜਾਂ ਤੁਹਾਨੂੰ ਪੜ੍ਹਾਉਣ ਦੇ ਲਈ ਐਕਸਟਰਾ ਕਲਾਸਿਸ ਦੇਗਾ, ਫਿਰ ਉਹ ਤੁਹਾਨੂੰ ਫੀਡਬੈਕ ਦੇਗਾ ਤਾਂ ਕਿ ਬੱਚੇ ਦੀ ਪਰਫੋਰਮੈਂਸ ਦੇ ਵਿੱਚ improvement ਲਿਆਂਦੀ ਜਾਵੇ। Gathering of data during a time program is being developed. This is likewise provide feedback for the improvement of the instruction or for the improvement of the program. ਪੂਰੇ ਕੋਰਸ ਦੇ ਦੌਰਾਨ ਟੀਚਰ ਤੇ ਸਟੂਡੈਂਟ, ਟੀਚਰ ਅਸੈਸ ਕਰੇਗਾ ਕਿ ਬੱਚੇ ਨੂੰ ਕਿਸ ਤਰੀਕੇ ਦੀ ਇੰਪਰੂਵਮੈਂਟ ਦੀ ਜ਼ਰੂਰਤ ਹੈ ਤਾਂ ਕਿ ਉਹ ਆਪਣਾ ਲਰਨਿੰਗ ਸਟਾਈਲ ਚੇਂਜ ਕਰ ਸਕੇ। ਉਸ ਦੇ ਨਾਲ ਕੀ ਹੋਏਗਾ ਬੱਚੇ, ਟੀਚਰ ਜਦੋਂ ਆਪਣਾ ਲਰਨਿੰਗ ਸਟਾਈਲ ਚੇਂਜ ਕਰਦਾ, ਆਪਣਾ ਮੈਥਡ ਚੇਂਜ ਕਰਦਾ, ਉਸ ਦੇ ਨਾਲ ਪੂਰਾ ਇੰਪਰੂਵਮੈਂਟ ਆਫ ਦਾ ਪ੍ਰੋਗਰਾਮ, ਪੂਰਾ ਪ੍ਰੋਗਰਾਮ ਵੀ ਇੰਪਰੂਵ ਹੁੰਦਾ ਹੈ। ਨਾਓ ਸਮੇਟਿਵ ਅਸੈਸਮੈਂਟ। Summative assessment is one attempt to assess student learning for a specific time period. For example, a unit test would be summative assessment. ਈਡਨ ਦੀ ਇਹ ਡੈਫੀਨੇਸ਼ਨ ਹੈ। ਜਿਵੇਂ ਬੱਚੇ ਆਪਾਂ ਗੱਲ ਕੀਤੀ ਸੀਗੀ ਮੇਜ਼ਰਮੈਂਟ ਐਂਡ ਅਸੈਸਮੈਂਟ, ਸੇਮ ਵੇ ਦੇ ਵਿੱਚ ਫੋਰਮੇਟਿਵ ਅਤੇ ਸਮੇਟਿਵ ਹੈ। ਸਮੇਟਿਵ ਦੇ ਵਿੱਚ ਕੀ ਹੋਏਗਾ, ਲਾਸਟ ਦੇ ਵਿੱਚ ਜਦੋਂ ਤੁਹਾਡਾ ਇੱਕ ਯੂਨਿਟ ਟੈਸਟ ਹੁੰਦਾ ਹੈਗਾ ਉਸ ਨੂੰ ਸਮੇਟਿਵ ਅਸੈਸਮੈਂਟ ਕਿਹਾ ਜਾਂਦਾ ਹੈ। ਉਸ ਦੇ ਵਿੱਚ ਇਹ ਡਿਟਰਮਾਈਨ ਕੀਤਾ ਜਾਂਦਾ ਹੈ ਕਿ ਤੁਹਾਡੀ ਮਾਸਟਰੀ ਜਾਂ ਤੁਹਾਡੀ ਅਚੀਵਮੈਂਟ ਕੀ ਹੈ, ਤੁਹਾਡੀ ਆਪਣੇ ਸਬਜੈਕਟ ਦੇ ਉੱਪਰ ਮਾਸਟਰੀ ਕਿੰਨੀ ਹੋਈ ਹੈ ਅਤੇ ਤੁਸੀਂ ਕੀ ਅਚੀਵ ਕੀਤਾ ਹੈ, ਮੀਨਸ ਕਨਕਲੂਜ਼ਨ। ਡਨ ਯੂਜ਼ਲੀ ਐਟ ਦ ਐਂਡ ਆਫ ਦ ਚੈਪਟਰ ਔਰ ਯੂਨਿਟ, ਇਹ ਹਮੇਸ਼ਾ ਚੈਪਟਰ ਦੇ ਐਂਡ ਦੇ ਵਿੱਚ ਜਾਂ ਯੂਨਿਟ ਦੇ ਵਿੱਚ ਤੁਹਾਡੇ ਉੱਪਰ ਯੂਜ਼ ਕੀਤਾ ਜਾਂਦਾ ਹੈ। ਅਕਾਊਂਟੇਬਿਲਿਟੀ ਆਫ ਸਕਸੈਸ ਔਰ ਫੇਲੀਅਰ ਵੀ ਸਮੇਟਿਵ ਅਸੈਸਮੈਂਟ ਦੇ ਆਧਾਰ 'ਤੇ ਹੀ ਕੀਤੀ ਜਾਂਦੀ ਹੈ ਕਿ ਬੱਚਾ ਕਿੰਨਾ ਕੁ ਸਕਸੈਸਫੁਲ ਹੋਇਆ ਅਤੇ ਕਿੰਨੀ ਕੀ ਉਸਨੂੰ ਇੰਪਰੂਵਮੈਂਟ ਦੀ ਜ਼ਰੂਰਤ ਹੈ। ਨਾਓ ਵਟ ਇਜ਼ ਇਵੈਲੂਏਸ਼ਨ। ਇਵੈਲੂਏਸ਼ਨ ਇਜ਼ broader term than measurement and assessment. Evaluation is concerned with the whole range of issues in and beyond education. Lessons, program and skill can be evaluated. ਇਸ ਦੇ ਵਿੱਚ ਬੱਚੇ ਹਰੇਕ ਉਹ ਚੀਜ਼ ਆ ਜਾਂਦੀ ਹੈ ਜੋ ਤੁਸੀਂ ਪੂਰੇ ਸਾਲ ਕੋਰਸ ਦੇ ਵਿੱਚ ਪਰਫੋਰਮੈਂਸ ਦਿੱਤੀ, ਉਸ ਦੇ ਆਧਾਰ 'ਤੇ, ਚਾਹੇ ਉਹ ਮੈਂ ਤੁਹਾਨੂੰ ਕੱਲ੍ਹ ਕੀਤਾ ਸੀਗਾ ਕਿ ਇੱਕ ਗੇਟ ਕੀਪਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਐਵਰੀਬਡੀ ਅਸੈਸਿੰਗ ਯੂ, ਅਤੇ ਲਾਸਟ ਦੇ ਵਿੱਚ ਇਵੈਲੂਏਸ਼ਨ ਦੇ ਵਿੱਚ ਉਹ ਸਾਰੀ ਚੀਜ਼ਾਂ ਜੋ ਮੇਜ਼ਰਮੈਂਟ, ਜੋ ਅਸੈਸਮੈਂਟ ਇਵੈਲੂਏਸ਼ਨ ਨੂੰ ਦਿੰਦਾ ਹੈ, ਉਸ ਨੂੰ ਬੇਸ ਬਣਾ ਕੇ ਤੁਹਾਡੀ ਇੱਕ ਗ੍ਰੇਡ ਸੈੱਟ ਕੀਤਾ ਜਾਂਦਾ ਹੈ। ਓਕੇ, ਨਾਓ ਟਾਈਪ ਆਫ ਇਵੈਲੂਏਸ਼ਨ। ਟਾਈਪ ਆਫ ਇਵੈਲੂਏਸ਼ਨ ਦੇ ਟੂ ਟਾਈਪ ਆਫ ਇਵੈਲੂਏਸ਼ਨ, ਵਨ ਇਜ਼ process evaluation and second one is product evaluation. So first we explain process evaluation. It refers to evaluation taking place during the program of learning activity. ਬੱਚੇ process ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ, processing ਪ੍ਰੋਗਰਾਮ ਦੇ ਦੌਰਾਨ ਜਦੋਂ ਬੱਚਾ ਕਲਾਸ ਦੇ ਵਿੱਚ ਪੜ੍ਹ ਰਿਹਾ ਹੈਗਾ, that is processing. ਟੀਚਿੰਗ ਲਰਨਿੰਗ ਪ੍ਰੋਸੈਸ ਜਦੋਂ ਐਕਟਿਵ ਹੈ, ਮਤਲਬ ਉਹ ਕਲਾਸ ਦੇ ਵਿੱਚ ਚੱਲ ਰਿਹਾ ਹੈ। ਜਿਵੇਂ ਮੈਂ ਹੁਣ ਤੁਹਾਨੂੰ ਪੜ੍ਹਾ ਰਹੀ ਹਾਂ, ਚਲੋ ਇਹ ਤਾਂ ਲਾਈਵ ਕਲਾਸ ਨਹੀਂ ਹੈ, ਜਿਵੇਂ ਆਪਣੀ ਲਾਈਵ ਕਲਾਸ ਹੁੰਦੀ ਸੀਗੀ ਜਦੋਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਤੁਸੀਂ ਮੇਰੇ ਤੋਂ ਕੋਈ ਕੁਐਸਚਨ ਪੁੱਛਿਆ ਜਾਂ ਮੈਂ ਤੁਹਾਡੇ ਤੋਂ ਕੋਈ ਕੁਐਸਚਨ ਪੁੱਛ ਲਿਆ, ਦਿਸ ਇਜ਼ ਦਾ ਪ੍ਰੋਸੈਸ ਇਵੈਲੂਏਸ਼ਨ। ਇਸ ਦੇ ਵਿੱਚ ਟੀਚਰ ਜਦੋਂ ਪੜ੍ਹਾਉਂਦਾ ਹੈ, ਪੜ੍ਹਾਉਂਦੇ ਉਹ ਕੁਐਸਚਨ ਪੁੱਛ ਲੈਂਦਾ ਹੈਗਾ ਕਿ ਜੋ ਪੜ੍ਹਾ ਰਿਹਾ ਕੀ ਤੁਹਾਡੇ ਤੱਕ ਉਹ ਪਹੁੰਚ ਵੀ ਰਿਹਾ, ਟਰਾਂਸਫਰ ਆਫ ਟੀਚਿੰਗ ਤੁਹਾਡੇ ਤੱਕ ਜਾ ਵੀ ਰਹੀ ਹੈ ਜਾਂ ਨਹੀਂ। ਤਾਂ ਇਸ ਦੇ ਨਾਲ ਕੀ ਹੁੰਦਾ ਹੈ, ਤਾਂ ਬੱਚਾ ਐਕਟਿਵ ਰਹਿੰਦਾ ਹੈ। ਓਕੇ, ਇਸ ਦੇ ਨਾਲ ਜੋ ਪੂਰਾ ਪ੍ਰੋਗਰਾਮ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਦਾ, ਬਹੁਤ ਹੀ ਬੈਟਰ ਹੁੰਦਾ ਹੈਗਾ। ਇਟ ਇਜ਼ ਆਲਸੋ ਨੋਨ ਐਜ਼ ਫੋਰਮੇਟਿਵ ਇਵੈਲੂਏਸ਼ਨ। ਤੁਸੀਂ ਇਸ ਨੂੰ ਫੋਰਮੇਟਿਵ ਇਵੈਲੂਏਸ਼ਨ ਦੇ ਨਾਲ ਵੀ ਸਮਝ ਸਕਦੇ ਹੋ। ਨਾਓ ਪ੍ਰੋਡਕਟ ਇਵੈਲੂਏਸ਼ਨ। ਪ੍ਰੋਡਕਟ ਜਿਵੇਂ ਪ੍ਰੋਡਕਟ ਇਵੈਲੂਏਸ਼ਨ ਐਗਜ਼ਾਮਿਨ ਦਾ ਇਫੈਕਟਸ ਆਫ ਆਊਟਕਮ ਆਫ ਸਮ ਓਬਜੈਕਟ। ਜਦੋਂ ਬੱਚੇ ਲੈਕਚਰ ਪੜ੍ਹਾਤਾ ਉਸ ਤੋਂ ਬਾਅਦ ਜਦੋਂ ਯੂਨਿਟ ਟੈਸਟ ਹੁੰਦੇ ਨੇ, ਦੈਟ ਇਜ਼ ਯੂਅਰ ਪ੍ਰੋਡਕਟ ਇਵੈਲੂਏਸ਼ਨ। ਇਟ ਕੰਡਕਟ ਐਟ ਐਂਡ ਆਫ ਦਾ ਕੋਰਸ। ਇਟ ਇਜ਼ ਆਲਸੋ ਨੋਨ ਐਜ਼ ਸਮੇਟਿਵ ਇਵੈਲੂਏਸ਼ਨ। ਇਟ ਇਵੈਲੂਏਟ ਦਾ ਪ੍ਰੋਗਰਾਮ ਟੂਵਰਡ ਐਨ ਐਸਟੈਬਲਿਸ਼ਡ ਆਊਟਕਮ। ਇਸ ਦੇ ਵਿੱਚ ਬੱਚੇ ਪ੍ਰੋਡਕਟ ਕੀ ਹੈ, ਫਸਟ ਪ੍ਰੋਸੈਸ ਹੁੰਦਾ ਹੈਗਾ, ਉਸ ਦੇ ਵਿੱਚ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦਾ ਹੈਗਾ, ਦੈਨ ਪ੍ਰੋਡਕਟ ਕਿ ਤੁਹਾਡੀ ਪਰਫੋਰਮੈਂਸ ਕੀ ਰਹੀ, ਅਤੇ ਉਸ ਆਧਾਰ 'ਤੇ ਫਿਰ ਤੁਹਾਨੂੰ ਮਾਰਕਸ ਦਿੱਤੇ ਜਾਂਦੇ ਨੇ। ਜੇ ਬੱਚੇ ਮੇਰੀ ਗੱਲ ਕਰਾਂ ਹੁਣ ਇਵੈਲੂਏਸ਼ਨ ਦੇ ਅੰਦਰ ਸਕੋਲੈਸਟਿਕ ਐਂਡ ਕੋ ਸਕੋਲੈਸਟਿਕ ਆਸਪੈਕਟ ਵੀ ਨੇ।
ਸਕੋਲੈਸਟਿਕ ਆਸਪੈਕਟ ਦੇ ਵਿੱਚ ਹਰ ਉਹ ਚੀਜ਼ ਆ ਜਾਂਦੀ ਹੈ ਜਿਸ ਦੇ ਵਿੱਚ ਤੁਹਾਡੇ ਮਾਰਕਸ, ਤੁਹਾਡੀ ਪਰਫਾਰਮੈਂਸ ਨੂੰ ਚੈੱਕ ਕੀਤਾ ਜਾਂਦਾ ਹੈ। ਅਤੇ ਕੋ ਸਕੋਲੈਸਟਿਕ ਆਸਪੈਕਟ ਦੇ ਵਿੱਚ ਡਿਫਰੈਂਟ ਕਾਈਂਡ, ਜਿਸ ਨੂੰ ਆਪਾਂ ਕੋ ਕਰਿਕੂਲਰ ਐਕਟੀਵਿਟੀਜ਼ ਵੀ ਕਹਿ ਦਿੰਦੇ ਹਾਂ, ਕਲਾਸੀਫਾਈਡ ਇਨਟੂ 5 ਪਾਰਟਸ। these are life skill, attitude and values, well-being, service activities and ਆਰਟ ਐਂਡ ਵਰਕ ਐਜੂਕੇਸ਼ਨ। ਅਤੇ ਆਪਾਂ ਕਾਲਜ ਸਟੂਡੈਂਟ ਸਾਰੇ ਇਸ ਚੀਜ਼ ਤੋਂ ਬਹੁਤ ਫੈਮੀਲੀਅਰ ਹੈ। ਸੋ ਸਕੋਲੈਸਟਿਕ ਆਸਪੈਕਟ ਦੇ ਵਿੱਚ ਤਾਂ ਦੇਖੋ ਤੁਹਾਡੇ ਇਗਜ਼ਾਮ ਹੋਣਗੇ, ਤੁਹਾਨੂੰ ਜੋ ਮਾਰਕਸ ਹੈ, ਜੋ ਤੁਹਾਡੀ ਗ੍ਰੇਡਿੰਗ ਹੈ, ਉਹ ਤੁਹਾਨੂੰ ਮਿਲ ਹੀ ਜਾਏਗੀ। ਬਟ ਬੱਚੇ ਜੋ ਕੋ ਸਕੋਲੈਸਟਿਕ ਆਸਪੈਕਟ ਹੈ, ਇਹ ਤੁਹਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਆਸਪੈਕਟ ਹੈ, ਜਿਸ ਨੂੰ ਸਕੂਲ ਲੈਵਲ ਦੇ ਵਿੱਚ, ਕਾਲਜ ਲੈਵਲ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਪਲੇਸ ਮਿਲੀ ਹੋਈ ਹੈ, ਤਾਂ ਕਿ ਤੁਹਾਡੀ ਲਾਈਫ ਸਕਿੱਲ ਅੱਛੀ ਹੋ ਸਕੇ, ਤੁਹਾਡਾ ਐਟੀਟਿਊਡ ਬਹੁਤ ਅੱਛਾ ਹੋ ਸਕੇ, ਤੁਹਾਡੇ ਅੰਦਰ ਵੈਲਿਊਜ਼ ਬਹੁਤ ਅੱਛੀਆਂ ਆ ਸਕਣ। ਦੇਖੋ ਬੱਚੇ, ਆਪਾਂ ਸਰਵਿਸ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ। ਆਪਾਂ ਕਾਲਜ ਦੇ ਵਿੱਚ NSS ਕੈਂਪ ਦੇ ਵਿੱਚ ਬਹੁਤ ਕੁਛ ਅੱਛੇ ਕੰਮ ਕਰਦੇ ਹਾਂ, ਜਿਸ ਦੇ ਨਾਲ ਅਸੀਂ ਇੱਕ ਮੋਰਲ ਵੈਲਿਊ ਸਾਡੇ ਅੰਦਰ ਆਉਂਦੀਆਂ ਨੇ, ਅਸੀਂ ਇੱਕ ਗੁੱਡ ਹਿਊਮਨ ਬੀਇੰਗ ਬਣਦੇ ਹਾਂ। ਆਰਟ ਐਂਡ ਵਰਕ ਐਜੂਕੇਸ਼ਨ ਸਾਡੇ ਕਾਲਜ ਦੇ ਵਿੱਚ ਆਲਵੇਜ਼ ਆਪਾਂ ਦੇਖਦੇ ਹਾਂ ਕਿ ਆਪਾਂ ਫੰਕਸ਼ਨ ਹੁੰਦੇ ਰਹਿੰਦੇ ਨੇ, ਆਪਾਂ ਉਸ ਦੇ ਵਿੱਚ ਰੰਗੋਲੀ ਬਣਾਉਣੀ ਸਿੱਖਦੇ ਹਾਂ, ਉਸ ਦੇ ਵਿੱਚ ਆਪਾਂ ਬਹੁਤ ਕੁਛ ਜੋ ਵੀ ਸਾਡੇ ਅੰਦਰ ਸਕਿੱਲਸ ਹੈ, ਅਸੀਂ ਉਸਨੂੰ ਪ੍ਰੈਜ਼ੈਂਟ ਕਰਦੇ ਹਾਂ। ਜਦੋਂ ਅਸੀਂ ਸਕਿੱਲ ਨੂੰ ਪ੍ਰੈਜ਼ੈਂਟ ਕਰਦੇ ਹਾਂ ਕਿਸੇ ਸਾਹਮਣੇ ਵੀ, ਸਾਡਾ ਕੌਨਫੀਡੈਂਸ ਲੈਵਲ ਜੋ ਹੈ ਉਹ ਵੱਧਦਾ ਹੈਗਾ। ਅਸੀਂ ਲਾਈਫ ਦੇ ਵਿੱਚ ਉਹ ਸਕਿੱਲ ਸਿੱਖਦੇ ਹਾਂ, ਜਿਵੇਂ ਸਟੇਜ ਦੇ ਉੱਪਰ ਜਾਣਾ, ਉੱਥੇ ਕੋਈ ਸੌਂਗ ਸੁਣਾਉਣਾ, ਤੁਹਾਡੀ ਡਾਂਸ ਪਰਫੋਰਮੈਂਸ, ਤੁਹਾਡਾ ਉੱਥੇ ਡਿਬੇਟ ਕਰਨਾ, ਤੁਹਾਡੀ ਸਪੀਚਿਜ਼, ਪੋਇਟਰੀ, ਵਟ ਐਵਰ ਯੂ ਵਾਂਟ ਟੂ ਪ੍ਰੈਜ਼ੈਂਟ ਔਨ ਦ ਸਟੇਜ। ਇਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਅੰਦਰ ਉਹ ਸਕਿੱਲਸ ਆਉਂਦੀਆਂ ਨੇ ਜੋ ਪੂਰੀ ਉਮਰ ਤੁਹਾਡੇ ਨਾਲ ਰਹਿੰਦੀਆਂ ਨੇ, ਤੁਹਾਡਾ ਕੌਨਫੀਡੈਂਸ ਲੈਵਲ ਹੈ ਜੋ ਅਪ ਕਰਦੇ ਨੇ। ਨਾਓ ਡਾਇਗਨੋਸਟਿਕ ਐਂਡ ਰੈਮੀਡੀਅਲ ਟੀਚਿੰਗ। ਹੁਣ ਬੱਚੇ, ਡਾਇਗਨੋਸਟਿਕ ਅਤੇ ਰੈਮੀਡੀਅਲ ਟੀਚਿੰਗ ਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾ ਸਕਦੀ ਹਾਂ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਕੀ ਉਹ ਡਾਕਟਰ ਤੁਹਾਨੂੰ ਸਿੱਧਾ ਜਾ ਕੇ ਦਵਾਈ ਦੇ ਦਿੰਦਾ ਹੈ? ਨੋ। ਉਹ ਪਹਿਲਾਂ ਤੁਹਾਨੂੰ ਬਿਠਾਉਂਦਾ ਹੈ, ਪੁੱਛਦਾ ਹੈ ਕਿ ਵਟ ਇਜ਼ ਯੂਰ ਪ੍ਰੋਬਲਮ, ਯੂ ਐਕਸਪਲੇਨ ਯੂਰ ਪ੍ਰੋਬਲਮ, ਫਿਰ ਉਹ ਤੁਹਾਨੂੰ ਟਰੀਟਮੈਂਟ ਦਿੰਦੇ ਨੇ ਜਾਂ ਦਵਾਈ ਦਿੰਦੇ ਨੇ। ਸੇਮ ਵੇ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਬੱਚੇ ਦਾ ਡਾਇਗਨੋਸਟਿਕ ਇਵੈਲੂਏਸ਼ਨ ਟੇਕਸ ਪਲੇਸ ਐਟ ਦਾ ਐਂਡ ਆਫ ਈਚ ਯੂਨਿਟ ਔਰ ਟਰਮ ਟੈਸਟ। ਡਾਇਗਨੋਸਟਿਕ ਇਵੈਲੂਏਸ਼ਨ ਹਮੇਸ਼ਾ ਬੱਚੇ ਜਦੋਂ ਟੀਚਰ ਤੁਹਾਨੂੰ ਪੜ੍ਹਾਉਂਦਾ ਹੈਗਾ, ਤਾਂ ਉਹ ਡਾਇਗਨੋਸਟ ਕਰਦਾ ਹੈ ਕੋਈ ਪ੍ਰੋਬਲਮ। ਜਿਵੇਂ ਉਸਨੂੰ ਲੱਗਦਾ ਹੈਗਾ ਕਿ ਜੋ ਬੱਚਾ ਪਿੱਛੇ ਬੈਠਾ ਹੈਗਾ, ਮੇ ਵੀ ਉਸਨੂੰ ਨਹੀਂ ਸਮਝ ਆ ਰਿਹਾ, ਤਾਂ ਹੀ ਉਹ ਧਿਆਨ ਨਹੀਂ ਦੇ ਪਾ ਰਿਹਾ। ਮੇਨ ਕਿ ਉਹ ਕੌਜ਼ ਲੱਭਣ ਦੀ ਕੋਸ਼ਿਸ਼ ਕਰਦਾ ਕਿ ਉਸਦੀ ਪੂਅਰ ਪਰਫਾਰਮੈਂਸ ਕਿਉਂ ਹੈ। ਜਦੋਂ ਇੱਕ ਵਾਰ ਪ੍ਰੋਬਲਮ ਡਾਇਗਨੋਜ਼ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਰੈਮੀਡੀਅਲ ਟੀਚਿੰਗ ਦਾ ਜੋ ਫੇਜ਼ ਹੈ ਉਹ ਸ਼ੁਰੂ ਹੁੰਦਾ ਹੈਗਾ। ਮਤਲਬ ਕਿ ਡਾਇਗਨੋਜ਼ ਹੋ ਗਿਆ ਕਿ ਦੈਟ ਇਜ਼ ਦਾ ਪ੍ਰੋਬਲਮ, ਫਿਰ ਟੀਚਰ ਉਸ ਨੂੰ ਸੁਧਾਰਨ ਦੇ ਵਾਸਤੇ ਮੇ ਵੀ ਆਪਣਾ ਸਟਾਈਲ ਚੇਂਜ ਕਰੇਗਾ ਟੀਚਿੰਗ ਦਾ, ਮੇ ਵੀ ਆਪਣਾ ਮੈਥਡ ਚੇਂਜ ਕਰੇਗਾ, ਅਤੇ ਇਸ ਦੇ ਨਾਲ ਉਸਦੀ ਜੋ ਪ੍ਰੋਬਲਮ ਡਾਇਗਨੋਜ਼ ਹੋਈ ਸੀ ਉਸ ਨੂੰ ਸੁਧਾਰਿਆ ਜਾਏਗਾ। ਨਾਓ ਟੈਕਨੀਕ ਆਫ ਇਵੈਲਿਊਸ਼ਨ। ਸੋ ਬੱਚੇ, ਇਸ ਦੇ ਐਵੈਲੂਏਸ਼ਨ ਦੇ ਵਿੱਚ 5-6 ਟੈਕਨੀਕਸ ਨੇ ਜੋ ਬਹੁਤ ਇੰਪੋਰਟੈਂਟ ਨੇ, ਜੋ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਗੀਆਂ ਵੀ। ਸੋ ਫਸਟ ਵਨ ਇਜ਼ ਓਬਜ਼ਰਵੇਸ਼ਨ। ਦੇਖੋ ਬੱਚੇ, ਜੀ ਮੈਂ ਓਬਜ਼ਰਵੇਸ਼ਨ ਦੀ ਗੱਲ ਕਰਾਂ, ਓਬਜ਼ਰਵੇਸ਼ਨ 2 ਤਰੀਕੇ ਦੀ ਹੁੰਦੀ ਹੈ। ਇੱਕ ਤਾਂ ਤੁਹਾਨੂੰ ਸਟਰਕਚਰ ਹੁੰਦੀ ਹੈ, ਇੱਕ ਅਨਸਟਰਕਚਰ ਹੁੰਦੀ ਹੈ। ਓਬਜ਼ਰਵ, ਤੁਸੀਂ ਪਲੇਗਰਾਊਂਡ ਦੇ ਵਿੱਚ ਖੇਡ ਰਹੇ ਹੋ, ਠੀਕ ਹੈ, ਤੁਸੀਂ ਲੰਚ ਬ੍ਰੇਕ ਹੋਈ ਹੈ, ਤੁਸੀਂ ਲੰਚ ਕਰ ਰਹੇ ਹੋ। ਇੱਥੇ ਮੈਂ ਸਕੂਲ ਦੀ ਗੱਲ ਕਰਦੀ ਹਾਂ। ਜਿਵੇਂ ਬੱਚੇ ਪਲੇਗਰਾਊਂਡ ਦੇ ਵਿੱਚ ਖੇਡਦੇ ਨੇ, ਉੱਥੇ ਉਹ ਆਪਣਾ ਬਿਲਕੁਲ ਰੀਅਲ ਬਿਹੇਵ ਕਰਦੇ ਨੇ। ਉਹ ਇਹ ਨਹੀਂ ਦੇਖਦੇ ਹੈਗੇ ਕਿ ਉਹਨਾਂ ਨੂੰ ਕੋਈ ਦੇਖ ਰਿਹਾ ਟੀਚਰ। ਆਪਾਂ ਜਦੋਂ ਖੁਦ ਵੀ ਖੇਡਦੇ ਹਾਂ, ਜਦੋਂ ਆਪਾਂ ਸਾਰੇ ਕੋਈ ਆਪਣਾ ਫੰਕਸ਼ਨ ਹੁੰਦਾ ਹੈਗਾ, ਤੁਸੀਂ ਸਭ ਨੇ ਦੇਖਿਆ ਹੋਵੇਗਾ ਕਿ ਸਾਰੇ ਟੀਚਰਸ ਵੀ ਬੱਚਿਆਂ ਵਰਗੇ ਬਣ ਜਾਂਦੇ ਨੇ। ਉਦੋਂ ਆਪਾਂ ਇਹ ਨਹੀਂ ਦੇਖਦੇ ਹੈਗੇ ਕਿ ਸਾਨੂੰ ਕੋਈ ਓਬਜ਼ਰਵ ਕਰ ਰਿਹਾ ਹੈਗਾ, ਬਟ ਆਪਾਂ ਆਪਣਾ ਬਿਲਕੁਲ ਰੀਅਲ ਬਿਹੇਵ ਕਰਦੇ ਹਾਂ। ਕਿਉਂਕਿ ਪਲੇਅ ਦੇ ਵਿੱਚ ਜਦੋਂ ਆਪਾਂ ਖੇਡ ਰਹੇ ਹਾਂ, ਤਾਂ ਆਪਾਂ ਬਿਲਕੁਲ ਆਪਣਾ ਰੀਅਲ ਜੋ ਆਪਣਾ ਨੇਚਰ ਹੁੰਦਾ ਹੈਗਾ, ਆਪਾਂ ਉਸ ਨੂੰ ਐਕਸਪ੍ਰੈਸ ਕਰਦੇ ਹਾਂ। ਸੋ observation is the best technique of evaluation. Now rating scale. ਰੇਟਿੰਗ ਸਕੇਲ ਦੇ ਵਿੱਚ ਬੱਚੇ, ਜਿਵੇਂ ਆਪਾਂ 1 to 10 ਸਕੇਲ ਰੱਖ ਦਿੱਤਾ ਜਾਵੇ ਜਾਂ 1 to 5, ਉਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਕਹਾਂ ਕਿ ਆਪਾਂ ਐਟੀਟਿਊਡ ਟੂਵਰਡ ਸਕੂਲ ਕਿਸੇ ਦਾ ਮੇਜਰ ਕਰਨਾ ਹੈ, ਤਾਂ ਮੈਂ ਤੁਹਾਨੂੰ ਇੱਕ ਕੁਐਸਚਨੀਅਰ ਦਊਂਗੀ, ਤਾਂ ਤੁਸੀਂ ਉਸ ਦੇ ਵਿੱਚ 1 2 3 4 ਉਸਦੇ ਐਗਰੀ ਡਿਸਐਗਰੀ, ਓਕੇ, ਇਸ ਤਰੀਕੇ ਨਾਲ ਬੱਚੇ ਨੂੰ ਇੱਕ ਰੇਟ ਕਰੂੰਗੀ ਕਿ ਬੱਚਾ ਉਸਦਾ ਐਟੀਟਿਊਡ ਕਿੰਨਾ ਕੁ ਪੋਜ਼ੀਟਿਵ ਹੈ ਟੂਵਰਡ ਸਕੂਲ, ਪੋਜ਼ੀਟਿਵ ਹੈ ਜਾਂ ਨਹੀਂ ਹੈ, ਉਹ ਉਸਦੀ ਸਕੋਰਿੰਗ ਤੋਂ ਆਪਾਂ ਨੂੰ ਪਤਾ ਲੱਗ ਜਾਏਗਾ।
ਸੋਸ਼ੀਓਮੈਟਰੀ ਦੇ ਵਿੱਚ ਹੋ ਜਾਂਦਾ ਹੈਗਾ ਕਿ ਜਿਵੇਂ ਆਪਾਂ ਸੁਸਾਇਟੀ ਦੇ ਵਿੱਚ ਇਹ ਚੈੱਕ ਕਰਨਾ ਹੋਵੇ ਕਿ ਇੱਕ ਪਰਟੀਕੂਲਰ ਇੰਡੀਵਿਜੂਅਲ ਕਿੰਨਾ ਕੁ ਸੋਸ਼ਲ ਹੈ, ਤਾਂ ਆਪਾਂ ਸੋਸ਼ੀਓਮੈਟਰੀ ਯੂਜ਼ ਕਰਾਂਗੇ। ਮਤਲਬ ਕਿ ਲੋਕਾਂ ਤੋਂ ਕੁਐਸਚਨਸ ਪੁੱਛਾਂਗੇ ਕਿ ਇਹ ਇਸ ਦਾ ਨੇਚਰ ਟੂਵਰਡ ਸੁਸਾਇਟੀ ਕਿਸ ਤਰੀਕੇ ਦਾ ਹੈ। ਕਮੂਲੇਟਿਵ ਰਿਕਾਰਡ, ਬੱਚੇ ਕਮੂਲੇਟਿਵ ਰਿਕਾਰਡ ਦੇ ਵਿੱਚ ਉਹ ਚੀਜ਼ਾਂ ਸਕੂਲ ਦੇ ਵਿੱਚ ਕਲੈਕਟ ਕੀਤੀਆਂ ਹੁੰਦੀਆਂ ਨੇ ਬਾਈ ਟੀਚਰ ਕਿ ਬੱਚੇ ਦਾ ਕਿਸ ਤਰੀਕੇ ਦਾ ਐਵਰੇਜ ਉਸਦਾ ਸਕੋਰਿੰਗ ਰਹੀ ਹੈ, ਜਾਂ ਉਸਦੀ ਕੋਈ ਪਰਟੀਕੂਲਰ ਕੋਈ ਪ੍ਰੋਬਲਮ ਹੈ, ਜਾਂ ਉਸ ਦਾ ਪੂਰਾ ਰਿਕਾਰਡ ਮੀਨਸ ਕਿ ਉਸ ਦੀ ਐਡਮਿਸ਼ਨ ਤੋਂ ਲੈ ਕੇ ਜਦੋਂ ਤੱਕ ਉਹ ਸਕੂਲ ਨਹੀਂ ਛੱਡਦਾ ਉਦੋਂ ਤੱਕ ਦਾ ਰਿਕਾਰਡ ਤੁਹਾਨੂੰ ਕਮੂਲੇਟਿਵ ਰਿਕਾਰਡ ਦੇ ਵਿੱਚ ਈਜ਼ੀਲੀ ਮਿਲ ਜਾਏਗਾ। ਨਾਓ ਇੰਟਰਵਿਊ ਬੱਚੇ ਦੋ ਤਰ੍ਹਾਂ ਦੀ ਹੁੰਦੀ ਹੈ, ਸਟਰਕਚਰਡ ਔਰ ਅਨਸਟਰਕਚਰਡ। ਇਸ ਦੇ ਨਾਲ ਆਪਾਂ ਬੱਚੇ ਦੀ ਜੋ ਵੀ ਅਸੀਂ ਬੱਚੇ ਦੇ ਬਾਰੇ ਪਤਾ ਕਰਨਾ ਹੈਗਾ ਜਾਂ ਕਿਸੇ ਵੀ ਇੰਡੀਵਿਜੂਅਲ ਬਾਰੇ ਪਤਾ ਕਰਨਾ, ਆਪਾਂ ਈਜ਼ੀਲੀ ਇੰਟਰਵਿਊ ਦੇ ਨਾਲ ਉਹ ਚੀਜ਼ ਕਲੈਕਟ ਕਰ ਸਕਦੇ ਹਾਂ। ਐਨਕਡੋਟਲ ਰਿਕਾਰਡ, ਇਸ ਦੇ ਵਿੱਚ ਹੁੰਦਾ ਹੈਗਾ ਬੱਚੇ ਕੋਈ ਪਰਟੀਕੂਲਰ ਪ੍ਰੋਬਲਮ, ਇਹ ਨਹੀਂ ਹੈਗਾ ਕਿ ਹਰੇਕ ਪ੍ਰੋਬਲਮ ਦਾ ਰਿਕਾਰਡ ਰੱਖਿਆ ਜਾਂਦਾ, ਪਰਟੀਕੂਲਰ ਕੋਈ ਪ੍ਰੋਬਲਮ ਜਾਂ ਬੱਚੇ ਨੇ ਪੂਰੇ ਆਪਣੇ ਜੋ ਵੀ ਉਹ ਪੜ੍ਹਿਆ ਹੈਗਾ ਸਕੂਲਿੰਗ ਦੇ ਦੌਰਾਨ ਕੋਈ ਖਾਸ ਪ੍ਰੋਬਲਮਸ ਜਾਂ ਖਾਸ ਉਸਦੀਆਂ ਕੋਈ ਅੱਛੀਆਂ ਗੱਲਾਂ ਜਿਸ ਨੂੰ ਟੀਚਰ ਨੂੰ ਲੱਗਦਾ ਹੈਗਾ ਕਿ ਇਹ ਚੀਜ਼ ਜ਼ਰੂਰੀ ਹੈ ਤਾਂ ਉਹ ਲਿਖ ਲੈਂਦਾ ਹੈਗਾ। ਨਾਓ ਪੋਰਟਫੋਲੀਓ ਬੱਚੇ ਤੁਹਾਨੂੰ ਸਭ ਨੇ ਦੇਖਿਆ ਹੋਊਗਾ ਕਿ ਜਦੋਂ ਵੀ ਪੋਰਟਫੋਲੀਓ ਦੀ ਗੱਲ ਆਉਂਦੀ ਹੈ ਸਾਡੇ ਦਿਮਾਗ ਦੇ ਵਿੱਚ ਕੀ ਆਉਂਦਾ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਐਕਟਰਸ ਜਾਂ ਕੋਈ ਵੀ ਹੀਰੋ, ਆਪਾਂ ਉਸਦਾ ਪੋਰਟਫੋਲੀਓ ਦੇਖਦੇ ਹਾਂ, ਉਸਦੇ ਵਿੱਚ ਕੀ ਹੁੰਦਾ ਹੈਗਾ, ਅੱਛੀਆਂ ਉਸਦੀਆਂ ਫੋਟੋਗ੍ਰਾਫ ਹੁੰਦੀਆਂ ਨੇ। ਸੇਮ ਵੇ ਦੇ ਵਿੱਚ ਬੱਚੇ, ਜੇ ਮੈਂ ਸਕੂਲ ਦੀ ਗੱਲ ਕਰਾਂ ਕਿ ਪੋਰਟਫੋਲੀਓ ਦੀ ਜ਼ਰੂਰਤ ਸਕੂਲ ਦੇ ਵਿੱਚ ਕਿਵੇਂ ਪੈਂਦੀ ਹੈ, ਸਕੂਲ ਦੇ ਵਿੱਚ ਉਸ ਨੂੰ ਕਿਵੇਂ ਵੈਲਿਊਏਟ ਕੀਤਾ ਜਾਂਦਾ ਹੈ, ਤਾਂ ਪੋਰਟਫੋਲੀਓ ਦੇ ਵਿੱਚ ਬੱਚੇ ਦੀਆਂ ਹਰ ਉਹ ਅੱਛੀਆਂ ਗੱਲਾਂ ਜੋ ਉਸਨੇ ਸਕੂਲ ਦੇ ਵਿੱਚ ਡਿਊਰਿੰਗ ਟੀਚਿੰਗ ਕੀਤੀਆਂ ਜਾਂ ਉਸਨੇ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਕੋਈ ਅੱਛਾ ਪਾਰਟੀਸਪੇਟ ਕੀਤਾ, ਤਾਂ ਉਸ ਤਰੀਕੇ ਦੇ ਨਾਲ ਐਵੇਂ ਲਗਾ ਲਓ ਕਿ ਉਸਦੀਆਂ ਬਹੁਤ ਹੀ ਇੱਕ ਕਲਰਫੁਲ ਇਮੇਜਿਸ ਦੇ ਨਾਲ ਉਸਦਾ ਰਿਕਾਰਡ ਰੱਖਿਆ ਹੁੰਦਾ ਹੈਗਾ ਸਕੂਲ ਦੇ ਵਿੱਚ। ਇਹ ਬੱਚੇ ਟੈਕਨੀਕ ਸੀਗੀਆਂ ਇਵੈਲੂਏਸ਼ਨ ਦੀਆਂ। ਨਾਓ ਦਿਸ ਇਜ਼ ਦਾ ਪਿਕਚਰ ਆਫ ਕਮਿਊਲੇਟਿਵ ਰਿਕਾਰਡ। ਜਿਵੇਂ ਸਕੂਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਡਾਟਾ ਰੱਖਿਆ ਜਾਂਦਾ ਹੈਗਾ, ਉਹ ਹੁੰਦਾ ਹੈਗਾ ਜਿਵੇਂ ਈਅਰ ਵਾਈਜ਼ ਰੱਖਿਆ ਹੁੰਦਾ ਹੈਗਾ ਕਿ ਕਿਹੜੇ ਸਾਲ ਤੋਂ ਲੈ ਕੇ ਕਦੋਂ ਤੱਕ ਉਸਨੇ ਸਕੂਲ ਨੂੰ ਛੱਡਿਆ, ਤਾਂ ਇਸ ਤਰੀਕੇ ਨਾਲ ਬੱਚੇ ਕਮਿਊਲੇਟਿਵ ਰਿਕਾਰਡ ਜੋ ਹੈ ਸਕੂਲ ਦੇ ਵਿੱਚ ਬਣਾਇਆ ਜਾਂਦਾ ਅਤੇ ਔਥੈਂਟਿਕ ਹੁੰਦਾ ਹੈ, ਰਿਲਾਈਬਲ ਹੁੰਦਾ ਹੈ, ਇਸਦੀ ਓਬਜੈਕਟਿਵਿਟੀ ਹੁੰਦੀ ਹੈ ਅਤੇ ਇਹ ਕਾਫੀ ਯੂਜ਼ਫੁਲ ਵੀ ਹੁੰਦਾ ਹੈ। ਅਤੇ ਬੱਚੇ ਐਨਕਡੋਟਲ ਰਿਕਾਰਡ ਦੇ ਵਿੱਚ ਕੀ ਹੈਗਾ, ਇਹ ਇੱਕ ਸ਼ੋਰਟ ਸਟੋਰੀ ਹੈ ਜਿਸ ਦੇ ਵਿੱਚ ਉਸਦਾ ਸਾਰਾ ਹੀ ਆਪਾਂ ਨੂੰ ਬਾਇਓਡਾਟਾ ਮਿਲ ਜਾਂਦਾ ਹੈ। ਅਤੇ ਪੋਰਟਫੋਲੀਓ ਦੀ ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਇਸ ਦੇ ਵਿੱਚ ਕੀ ਹੁੰਦਾ ਹੈਗਾ, ਬੱਚੇ ਦਾ ਪੂਰਾ ਹੀ ਕੋਰਸ ਵਰਕ ਕੁਆਲਿਟੀ, ਲਰਨਿੰਗ ਪ੍ਰੋਗਰੈਸ ਅਤੇ ਐਕੈਡੈਮਿਕ ਅਚੀਵਮੈਂਟ ਨੂੰ ਮੇਜਰ ਕੀਤਾ ਜਾਂਦਾ ਹੈ। ਸੋ ਥੈਂਕ ਯੂ ਵੈਰੀ ਮੱਚ।